पवित्र शब्द का पाठ सरवण किया जी। आओ मन बिरतियाँ गुरु चरणों नाल जोड़ते हुए गुरु चरणों विखे लवाइए हाजरियाँ। गुरु का बख्शिया फतेह का नारा करिए बुलंद, उपरंत बाणी के विचार नाल जुड़ना करांगे। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। मांझ महला पंजवा। झूठा मंगण जे कोई मांगे, इसको मरते घड़ी न लागे। झूठा मंगण जे कोई मांगे, इसको मरते घड़ी न लागे। पार ब्रह्म जो सद ही सेवै, सो फिर मिल नेचल कहना। पार ब्रह्म जो सद ही सेवै, सो गुर मिल नेचल कहना। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनों, रोजाना की तरह पातशाह जी की अपार कृपा बख्शिश का सदका अमृत वेले तो लैकर के ही पातशाह जी के चरणों कमलों विखे हाजरियां लवा रहे हो आप जी। जो पवित्र शब्द सरवण किया पंजवें पातशाह शहीदां ने सरताज सतगुरु धन धन श्री गुरु अर्जन देव महाराज जी ने उचारण किया। चल रही लड़ीवार कथा मुताबक इस शब्द राही धन धन श्री गुरु अर्जन देव महाराज जी की बख्शिश करते हैं। आओ सरवण करिए। सतनाम श्री वाहिगुरु साहिब जीओ। मांझ महला पंजवा। ये पवित्र शब्द राग मांझ पंजवें पातशाह जी रचना बख्शिश करते हैं कि सानू परमेश्वर कोलों या परमेश्वर के प्यारे साधुआं संतां तो नाम जपण वालियां रूहां तो की मंगना चाहिए। मनुख बेअंत सेवा सिमरन करके जदों मंगण की गल आउंदी है, कई बारी मनुख बाणी का बचन है मत थोड़ी सेव गवाई है, मत थोड़ी सेव गवाई है। थोड़ी मत करके अपनी कीता सेवा सिमरन खराब कर लेंदा है। पंडित रोवै ज्ञान गवाए, ये बचन भी पातशाह ने बाणी विच लिखिआ। ਇਹਦਾ मतलब ही यही है कि जदों मनुख के अंदर थोड़ी मत हुंदी है तो उदों ये अपना कीमती सिमरन भजन बंदगी खराब कर लेंदा। ऐसे ही विषय ते धन धन श्री गुरु अर्जन देव महाराज जी कहते जदों कोई सेवा सिमरन करके संसार दीयां खत्म होने वालियां चीज़ां मंगदा है, ਜਿਹੜੀਆਂ कि सदा रहन वालियां नहीं, एक घड़ी छिन बाद खत्म होने वालियां। जदों वो मंगदा है तो फिर जदों वो चीज़ां खत्म हो जांदियां फिर उही दुखों का समा शुरू हो जाता। पातशाह जी आरंभ करते हैं। झूठा मंगण जे कोई मांगै, तिसको मरते घड़ी न लागै। इस विषय ते गल करिए, आपां साखी याद करिए भाई भिखारी जी दी। जिस वेले धन धन श्री गुरु अर्जन देव महाराज जी नूं किसी सिख ने पूछया, बेनती की महाराज
ਗੁਰਮੁਖਾਂ ਦੇ ਕੀ ਲੱਛਣ ਹੈ, ਗੁਰਮੁਖਾਂ ਦਾ ਕੈਸਾ ਜੀਵਨ ਹੁੰਦਾ ਹੈ, ਉਹਨਾਂ ਦੀ ਕਿਵੇਂ ਪਛਾਣ ਆਉਂਦੀ ਆ। ਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਐਦਾਂ ਕਰ ਤੂੰ ਨਾ, ਸਾਡਾ ਇੱਕ ਬਹੁਤ ਹੀ ਪਿਆਰਾ ਸਿੱਖ ਹੈ ਭਾਈ ਭਿਖਾਰੀ, ਗੁਜਰਾਤ ਵੱਲ ਰਹਿੰਦਾ ਹੈ, ਉਹ ਤੋਂ ਪੁੱਛ ਕੇ ਆ, ਉਹ ਨਾਲੇ ਉਹਦਾ ਜੀਵਨ ਦੇਖ ਕੇ ਆ, ਤੈਨੂੰ ਪਤਾ ਲੱਗ ਜਾਊ ਗੁਰਮੁਖਾਂ ਦਾ ਜੀਵਨ, ਉਹਨਾਂ ਦੇ ਲੱਛਣ, ਉਹਨਾਂ ਦਾ ਸੁਭਾਅ ਕੈਸਾ ਹੁੰਦਾ ਹੈ। ਤਾਂ ਉਹ ਸਿੱਖ ਜਿਹੜਾ ਸੀਗਾ, ਕਹਿੰਦੇ ਭਾਈ ਭਿਖਾਰੀ ਦੇ ਘਰ ਪਹੁੰਚਿਆ ਅਤੇ ਕੀ ਦੇਖਦਾ ਅੱਗੇ ਜਾ ਕੇ ਕਿ ਭਾਈ ਭਿਖਾਰੀ ਦੇ ਘਰ ਵਿੱਚ ਵਿਆਹ ਦਾ ਇੰਤਜ਼ਾਮ ਹੈ, ਲੱਡੂ ਬਣ ਰਹੇ ਆ, ਬੀਬੀਆਂ ਗੀਤ ਗਾ ਰਹੀਆਂ, ਬੜਾ ਖੁਸ਼ੀਆਂ ਦਾ ਮਾਹੌਲ ਹੈ। ਅਤੇ ਇਸ ਨੇ ਜਾ ਕਰਕੇ ਜਦ ਪੁੱਛਣਾ ਕੀਤਾ, ਭਾਈ ਭਿਖਾਰੀ ਦਾ ਘਰ ਇਹੀ ਆ ਜੀ? ਕਹਿੰਦੇ ਹਾਂ ਭਾਈ ਉਹਨਾਂ ਦਾ ਘਰ ਹੀ ਹੈ। ਕਹਿੰਦੇ ਜੀ ਮੈਂ ਉਹਨਾਂ ਨੂੰ ਮਿਲਣਾ ਸੀਗਾ। ਤਾਂ ਪਰਿਵਾਰ ਕਹਿਣ ਲੱਗਿਆ, ਉਹ ਪਰਲੇ ਪਾਸੇ ਨੌਰੇ ਵਿੱਚ ਬੈਠੇ ਹਨ, ਮਿਲ ਲਓ। ਜਾਂ ਦੂਜੇ ਪਾਸੇ ਲੰਘ ਕੇ ਗੇਟ ਗਿਆ ਤਾਂ ਕੀ ਵੇਖਦਾ, ਦੂਜੇ ਪਾਸੇ ਭਾਈ ਭਿਖਾਰੀ ਜੀ ਬੈਠੇ ਹਨ ਔਰ ਕੁਝ ਪੱਲੀਆਂ ਜਿਹੀਆਂ ਤੋਪੇ ਲਾ ਕੇ ਸਿਉਂ ਰਹੇ ਹੈ, ਪੁਰਾਣੀਆਂ ਪੱਲੀਆਂ ਜੋ ਕਈ ਵਾਰੀ ਆਪਾਂ ਮਰਗ ਆਦਿ 'ਤੇ ਥੱਲੇ ਵਿਛਾ ਲੈਂਦੇ ਹਾਂ। ਉਹ ਪੱਲੀਆਂ ਨੂੰ ਤੋਪੇ ਜੇ ਲਾ ਰਿਹਾ ਅਤੇ ਕੋਲੇ ਇੱਕ ਬਾਂਸਾਂ ਦੀ ਪੌੜੀ ਜੀ, ਜਿਹਨੂੰ ਆਪਾਂ ਸੀੜੀ ਕਹਿੰਦੇ ਹਾਂ, ਉਹ ਬਣਾ ਕੇ ਰੱਖੀ ਹੋਈ ਆ। ਹੋਰ ਮਰਗ ਦਾ ਸਮਾਨ ਰੱਖਿਆ ਹੋਇਆ ਹੈ। ਤਾਂ ਇਹ ਸਿੱਖ ਹੈਰਾਨ ਹੋ ਗਿਆ ਇਹ ਚੀਜ਼ ਦੇਖ ਕੇ, ਪੁੱਛਣ ਤੋਂ ਪਹਿਲਾਂ ਹੀ, ਬਈ ਉਧਰ ਵਿਆਹ ਦਾ ਸਮਾਨ ਬਣ ਰਿਹਾ, ਇੱਧਰ ਮਰਗ ਦਾ ਸਮਾਨ ਇਕੱਠਾ ਕਰੀ ਬੈਠਾ, ਇਹ ਕਾਰਨ ਕੀ ਹੈ, ਸਮਝ ਨਹੀਂ ਆਉਂਦੀ। ਚਲੋ ਜਾ ਕੇ ਮਿਲਿਆ, ਨਮਸਕਾਰ ਕੀਤੀ, ਇੱਕ ਦੂਜੇ ਨੂੰ ਮਿਲੇ, ਗੱਲਬਾਤ ਚੱਲੀ। ਪੁੱਛਿਆ ਕਿੱਥੋਂ ਆਇਆ ਭਾਈ ਤੂੰ? ਕਹਿਣ ਲੱਗਿਆ ਮੈਂ ਗੁਰੂ ਅਰਜਨ ਦੇਵ ਜੀ ਕੋਲੋਂ ਆਇਆ। ਅੱਛਾ, ਔਰ ਮੈਂ ਹੈਰਾਨ ਹਾਂ ਤੁਹਾਡੇ ਘਰ ਪਹੁੰਚ ਕੇ। ਮੈਂ ਕੰਮ ਤਾਂ ਕਿਸੇ ਹੋਰ ਆਇਆ ਸੀ, ਪਰ ਪਹਿਲਾਂ ਮੈਂ ਇਹੀ ਪੁੱਛ ਲੈਣਾ, ਉਹ ਤਾਂ ਬਾਅਦ 'ਚ ਦੇਖਾਂਗੇ। ਕੀ ਮੈਂ ਪੁੱਛਣਾ ਚਾਹੁੰਦਾ ਹਾਂ ਬਈ ਉੱਧਰ ਵਿਆਹ ਹੈ, ਇੱਧਰ ਆ ਮਰਗ ਦਾ ਸਮਾਨ ਹੈ, ਮੈਨੂੰ ਸਮਝ ਨਹੀਂ ਆਈ ਵਿਆਹ ਹੈ ਕਿ ਮਰਗ ਹੈ। ਤਾਂ ਭਾਈ ਭਿਖਾਰੀ ਜੀ ਕਹਿੰਦੇ ਦੋਨੇ ਚੀਜ਼ਾਂ ਹੀ ਆ। ਵੈਸੇ ਦੁਨੀਆ ਵਿੱਚ ਦੋਨੇ ਵਰਤ ਰਹੀਆਂ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ, ਅਮੀਰੀ ਗਰੀਬੀ ਇਹ ਵੀ ਦੋਨੇ ਵਰਤਦੀਆਂ। ਪਤਾ ਨਹੀਂ ਕਦੋਂ ਕਿਹੜੀ ਜੀਵਨ 'ਤੇ ਆ ਜਾਵੇ ਸਾਡੇ 'ਤੇ। ਕਿਸੇ ਨੂੰ ਲਾਟਰੀ ਨਿਕਲ ਆਵੇ ਅਤੇ ਗਰੀਬੀ ਤੋਂ ਅਮੀਰੀ ਆ ਜਾਵੇ, ਕੋਈ ਕੰਗਾਲ ਹੋ ਜਾਵੇ, ਦਿਵਾਲਾ ਨਿਕਲ ਜਾਵੇ ਅਤੇ ਅਮੀਰੀ ਤੋਂ ਗਰੀਬੀ ਵੀ ਚਲਿਆ ਜਾਵੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਸੰਜੋਗ ਦੇ ਨਾਲ ਮਿਲਾਪ ਹੁੰਦਾ, ਵਿਜੋਗ ਦੇ ਨਾਲ ਵਿਛੋੜਾ ਹੁੰਦਾ ਹੈ। ਤਾਂ ਭਾਈ ਸਾਹਿਬ ਭਾਈ ਭਿਖਾਰੀ ਜੀ ਕਹਿਣ ਲੱਗੇ, ਸਿੱਖਾ ਇਹ ਦੋਨੇ ਕੰਮ ਹੈ। ਬੱਚੇ ਦੀ ਸ਼ਾਦੀ ਵੀ ਹੈ ਲੜਕੇ ਦੀ, ਅਤੇ ਇਹ ਸਮਾਨ ਦੀ ਵੀ ਲੋੜ ਪੈਣੀ ਹੈ ਇੱਕ ਦਿਨ। ਉਹ ਹੈਰਾਨ ਹੋਇਆ, ਪੁੱਛਦਾ ਵੀ ਇਹਦੀ ਕੀ ਲੋੜ ਪੈਣੀ ਹੈ ਜਦ ਵਿਆਹ ਰੱਖਿਆ ਹੈ। ਅਤੇ ਕਹਿਣ ਲੱਗੇ ਵਿਆਹ ਤੋਂ ਅਗਲੇ ਦਿਨ ਪੁੱਤਰ ਨੇ ਮਰ ਜਾਣਾ, ਵਿਆਹ ਤੋਂ ਬਾਅਦ ਫਿਰ ਇਹਦੀ ਲੋੜ ਪੈਣੀ ਹੈ। ਉਹ ਸਿੱਖ ਹੋਰ ਵੀ ਹੈਰਾਨ ਹੋ ਗਿਆ। ਹੁਣ ਭਾਈ ਭਿਖਾਰੀ ਭਜਨ ਬੰਦਗੀ ਸਿਮਰਨ ਵਾਲੀ ਰੂਹ ਹੈ, ਜਿਸ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਗਿਆਤ ਕਰਾ ਦਿੱਤਾ ਬਈ ਤੇਰਾ ਪੁੱਤਰ ਤੇਰੇ ਕੋਲ ਰਹਿਣਾ ਨਹੀਂ। ਬ੍ਰਹਮ ਗਿਆਨੀਆਂ ਨੂੰ ਗਿਆਤ ਹੋ ਜਾਂਦਾ, ਪਰ ਉਹ ਨਾ ਤੜਫਦੇ ਆ, ਨਾ ਰੌਲਾ ਪਾਉਂਦੇ ਆ। ਤੇਰਾ ਭਾਣਾ ਮਿੱਠਾ ਲਾਗੇ ਦੀ ਤਰ੍ਹਾਂ, ਜਿਵੇਂ ਕੱਲ੍ਹ ਆਪਾਂ ਸ਼ਬਦ ਪੜ੍ਹਿਆ ਸੀਗਾ ਕਿ ਉਸ ਦੇ ਦਰ 'ਤੇ ਕੌਣ ਪ੍ਰਵਾਨ ਹੁੰਦਾ ਹੈ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ। ਜਿੱਥੇ ਉਹ ਰੱਖਦਾ ਹੈ ਉਹੀ ਚੰਗੀ ਥਾਂ ਹੈ, ਜੋ ਕਰਾਉਂਦਾ ਉਹੀ ਜੀਵ ਕਰਦਾ ਹੈ।
परमेश्वर के दर ते कौन सियाणा है? सो सियाणा सो पतवंता हुक्म लगे जिस मीठा जीओ जिहड़ा परमेश्वर के हुक्म विच रहिंदा। कोई शब्द की लड़ी चल रही है। इसे लड़ी विच अज का शब्द है कि जीव जदों परमेश्वर तो जां परमेश्वर के प्यारे सतगुरु तो कोई संसारी वस्तु मंगदा सुख देण वाली, पर वो बहुता चिर रहिंदी नहीं, फिर दुखी हुंदा। तां गुरु प्यारिओ उस वेले फिर की होया, तो भाई भिखारी उस गुरमुख नूं सिख नूं कहन लग्या भी लड़के की शादी है, उस तो बाद अगले दिन मौत भी है। वो गुरसिख कहन लग्या जे तुहानूं पता लग ही गया है भी बच्चे की विआह तो बाद मौत हो जानी आ, फिर तुसीं इहदा विआह ना करो, घट्टो घट्ट लड़की की होर किते शादी हो जाएगी। भाई साहब जी कहते नहीं, है संयोग है, विआह करा के ही मौत होनी है, उन्ना चिर मौत भी नहीं होनी, विआह तो बाद मौत होनी है। तो गुरु प्यारिओ वो गुरसिख ने दूसरा वचन किया, चलो मन्निया तुसी विआह करोगे, शादी करोगे, इंतजाम हो रहा विआह का, फिर तुसी सतगुरु अर्जन देव जी तुहानू बड़ा प्यार करते हैं, जिन्होंने मैं वचन किए तो वो मैनू कहते भाई भिखारी नूं मिल के आ, वो दसणगे। तुसीं तां बहुत गुरु के नेड़े हो, कृपा करके गुरु साहब नूं बेनती कर दिओ बई साडे बच्चे की आयु थोड़ी लंबी कर दिओ। गुरु कुछ भी कर सकता है। तो भाई भिखारी कहन लग्या जिसने अज नहीं कल खत्म होना ही है, फिर एवें गुरु कोले इस झूठे जीवन वास्ते क्यों बेनती करनी। झूठा मंगण जे कोई मांगे, इसको मरते घड़ी ना लागे। बन्ने हुए दिन तो आ ही जाते हैं, जिमें मौत का दिन भी बझिया होया, जिमें ब्याह दिन बझे हुए आ जाते हैं ना। ये ठीक है कि सानू नहीं पता भी मौत कदों है, परमेश्वर ने दिन बन्ने है, वो दिन आ ही जाना एक दिन। असी हर साल खुशी मनाने, अज बच्चे का बर्थडे, अज जन्मदिन है, पर सियाणे बंदे की कहते हैं भी ये जन्मदिन नहीं, एक साल थोड़ा घट गया। वो दिन आ गया जब दुनिया विच आए सी, एक साल हो गया, तो एक साल तुहाडी जिंदगी का होर खत्म हो गया। बाणी विच पातशाह भी एक गल लिखते हैं, जननी जानत सुत वड्डा होत है, इतना को ना जाने कि दिन दिन अवध घटत है। मोर मोर कर अधक लाड़ कर पेखत ही जमराओ हसै। जमराओ धर्मराज, जमा दा राजा हसदा है, मैं किन्नी कमली है माँ के भोली है। बच्चा मौत वाल वध रहा है, माँ हस रही है, मेरा पुत वड्डा हो गया। को सतनाम जदों के दिन ते पहर पहर ते घड़ियाँ आव घटै तन छीजै। काल अहेरी फिरै बदक ज्यों कहो कवन बिद कीजै प्राणी। 100 दिन आवन लागा मात पिता भाई सुत बनता कहो कहो है काका। कौन कीदा इत्थे कोई किसे दा नहीं, बारी आपो अपनी कोई न बंधै तीर। भाई भिखारी जी ने इस गल तो भी जवाब देता, कहते नहीं भाई जो मरना ही है फिर गुरु साहब नूं काहदे वास्ते कहना, अज नहीं तो कल मरता जाना ही है, तो फिर जदों समा आ गया आपां क्यों रोकीए। जिन्हें जाना है उन्होंने रोकया नहीं जा सकता। इस करके मैं ये बेनती भी नहीं कर सकता। तो उस गुरमुख ने देखिया भी चलो देखते हैं की बनता है। ये तो मौत से पता लगूगा भिखारी के जीवन का किहो जिहा, कि गल्लां ही करदा कि वाकई भाणे नूं मनदा है। तो विआह का दिन आया, विआह रखिया गया, बरात तैयार हुई और बराती सज धज के बरात के नाल चाले पाए है। जिथे विआहना सी बच्चा विआहण गए, विआह लिआंदा, बड़ियां खुशियां मनाइयां सब ने रल मिल के।
लड़की नूं विआह के घर ले आंदा। रात पई, सब सौ गए। जब सुबह हुई तो तड़के पता लग्या भी लड़का रात गुजर गया, मर गया। सारे रोन लगे। भाई भिखारी कहते रोवो ना, ये होना ही आ, ये होनी नूं कोई टाल नहीं सकदा गा। ये जीवन सब ते आउणा है, ये समा सब ते आउणा है। तुसीं रोना बंद ना करो। परिवार रोंदा है, ये सब नूं बरा रहे ने, कोई गल नहीं, ये भाना सी परमेश्वर दा, इदां ही होनी सी। ਜਿਹੜੇ ਕੱਲ ਤੁਸੀਂ ਖੁਸ਼ੀਆਂ ਵਿੱਚ ਆਏ ਸੀ, ਵਿਆਹ ਦੇ ਵਿੱਚ ਸ਼ਾਮਲ ਹੋਏ ਸੀ, ਹੁਣ ਸੰਸਕਾਰ ਦੇ ਵਿੱਚ ਵੀ ਸ਼ਾਮਲ ਹੋ ਜਾਓ। ਚਲੋ ਇਸ ਮ੍ਰਿਤਕ ਦੇਹ ਦੀ ਸੰਭਾਲ ਕਰ ਦਈਏ, ਰੋਣਾ ਬੰਦ ਕਰੋ। तो उस गुरसिख ने जिहड़ा कि पुछण गया सी प्रश्न, फिर गल कीती, महाराज मैं सतगुरां नूं पुछिया सीगा भी महाराज गुरमुख किहो जे हुंदे आ, ते ओह मैनूं कहंदे भाई भिखारी नूं पुछ के आ, नाले वेख के आ। ते मैं अपनियां अखां नाल देख लिया भी वाकया गुरमुख बनना कोई छोटी जी गल नहीं। आ कलयुग दे भयानक समय विच सिक्खी केसां सवासां संग निभाउणी बहुत वड्डी गल है। जे किसी दी सिक्खी केसां नाल निभ जावे, ये गुरु ही किरपा करदा, नहीं तो मनुख थोड़े मोटे दुखां दे कारण ही पुछां पछौतियां वालियां कोल भज्जिया फिरदा। ते गुरु प्यारिओ, ਉਹ ਗੁਰਸਿੱਖ ਵਾਪਸ सतगुरु पातशाह जी ਕੋਲ आ के दसदा सारी गल भी आह गल हुई महाराज। बस कहने तैनूं असीं परताखी दिखा दिता, हथ कंगण नूं आरसी की। आरसी हुंदी है शीशा, उदाहरणां दे के समझाउणा। जद हथ विच कंगण पाए आ फिर उहदियां उदाहरणां देण दी लोड़ नहीं, जो दिखाई दे रहा उस नूं समझ लेना सौखा है। तो पातशाह जी कहन लगे भलिओ, जे कोई परमेश्वर कोलों झूठियां चीज़ां मंगदा, खत्म होण वालियां, उन्हां दा की फायदा, जिस दे खत्म होण ते बहुता समा नहीं लगदा। झूठा मंगण जे कोई मांगै, तिसको मरते घड़ी न लागै। पार ब्रह्म जो सद ही सेवै, सो गुर मिल निश्चल कहना। ਜਿਹੜੇ परमेश्वर ਨੂੰ सिमरते हैं, परमेश्वर तो परमेश्वर ਨੂੰ ਮੰਗਦੇ ਆ, गुरु तो गुरु ਨੂੰ ਮੰਗਦੇ ਆ कि तू मेरा हो जा, मैनू आपदा बना ला। ਤੇ गुरु भी इस गल ਨੂੰ बड़ी चंगी समझदा है। आप सवारे मैं मिलै, मैं मिलिया सुख होए फरीदा, जे तू मेरा होए रहे, सब जग तेरा होए। जे परमेश्वर दे हो जाइए तो कहने सारी दुनिया तेरी बन सकती है। और समय समय ते परमेश्वर जां गुरु ऐसियां घटना घटाउंदा भी रहिंदा। सतगुरु पातशाह जी बख्शिश करदे हन, झूठा मंगण जे कोई मांगै, तिसको मरते घड़ी न लागै। ये संसार दा झूठा समान तां इहने खत्म होना ही होना। हम आदमी हाँ एक दमी, मोहलत मोहत न जाना। नानक बिनवै तिसै सरेबो, जाकै छी पुराणा। ये नानक बेनती करदा, आओ जिसने सानू शरीर दिता, जीव आत्मा नू प्राण दिते, बेअंत वस्तुआं दित्तियां छकण छकाउण वालियां। सो क्यों विसरै जिन सब किश दिया, सो क्यों विसरै जे जीवन जिया। सो क्यों विसरै जी अगन में राखै, गुर प्रसाद को बिरला लाखै। ऐसे मालक नूं क्यों विछोड़िया विसारिया जावे, जिहड़ा सानू अग दे विच माता दे उदर विच भी बचाउंदा है। इसे मालक नूं हमेशा याद रखिया जावे। झूठा मांगण जे कोई मांगै, तिसको मरते घड़ी न लागै। पार ब्रह्म जो साधी सेवै, सो गुर मिल निश्चल कहना। तो फिर सदा रहन वाली की चीज़ है जिहड़ी असी मंगीए, नाले वो सदा रहे ते नाले असी रहीए। तो फिर वो चीज़ है केवल ते केवल परमेश्वर का नाम,
ਪ੍ਰੀਤਮ ਜੀ ਕਹਿੰਦੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਮੰਗਣਾ ਚੰਗਾ ਹੈ, ਗੁਰੂ ਤੋਂ ਹਰੀ ਦਾ ਜਸ, ਹਰੀ ਦੀ ਸਿਫਤ ਮੰਗੋ ਜਿਹੜੀ ਕਦੇ ਵੀ ਖਤਮ ਹੋਣ ਵਾਲੀ ਨਹੀਂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਇਸ ਸੰਸਾਰ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਮੰਤਰ ਦਾ ਜਾਪ ਕੀਤਾ, ਵਾਹਿਗੁਰੂ ਨੂੰ ਜਪਣਾ ਕੀਤਾ, ਉਹ ਸਰੀਰਾਂ ਨੂੰ ਛੱਡ ਕੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਵਿੱਚ ਮਿਲ ਜਾਂਦੇ ਹਨ। ਤੇ ਬਾਕੀ ਸਭ ਭਟਕਦੇ ਰਹਿੰਦੇ ਆ ਸੰਸਾਰ ਦੇ ਜਨਮ ਮਰਨ ਦੇ ਚੱਕਰਾਂ ਦੇ ਵਿੱਚ, ਜੰਮਦੇ ਮਰਦੇ ਆਪਣੀਆਂ ਜ਼ਿੰਦਗੀਆਂ ਬਤੀਤ ਕਰਦੇ ਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਲੰਮੇ ਸਮੇਂ ਤੋਂ ਬਾਅਦ ਇਹ ਸੁੰਦਰ ਸਰੀਰ ਥਾਪ ਕੇ ਦਿੱਤਾ ਗਿਆ, ਸਾਜ ਕੇ ਦਿੱਤਾ ਗਿਆ ਪਰਮੇਸ਼ਰ ਵੱਲੋਂ। ਕਾਹਦੇ ਵਾਸਤੇ? ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਨਾਲ ਜੁੜਨ ਵਾਸਤੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਾਰ ਬ੍ਰਹਮ ਜੋ ਸਾਧੀ ਸੇਵੈ, ਸੋ ਗੁਰ ਮਿਲ ਨਿਹਚਲ ਕਹਿਣਾ। ਜਿਹੜੇ ਪਰਮੇਸ਼ਰ ਨੂੰ ਸਿਮਰਦੇ ਆ ਉਹ ਸਦਾ ਨਿਹਚਲ ਅਚਲ ਹੋ ਜਾਂਦੇ ਐ। ਪਹਾੜ ਹੱਲ ਜਾਣ ਪਰ ਉਹ ਨਹੀਂ ਹੱਲਦੇ, ਸਦਾ ਰਹਿੰਦੇ ਆ। ਜਿਵੇਂ ਭਗਤਾਂ ਨੂੰ ਅਸੀਂ ਜਾਣਦੇ ਹਾਂ, ਕੋਈ ਅੱਜ ਤੋਂ 900 ਸਾਲ ਪਹਿਲਾਂ ਹੋਇਆ, ਕੋਈ 1200 ਸਾਲ ਪਹਿਲਾਂ ਹੋਇਆ, ਜਿਨ੍ਹਾਂ ਨੇ ਸੰਸਾਰ 'ਚੋਂ ਸਰੀਰ ਭਾਵੇਂ ਤਿਆਗ ਦਿੱਤੇ, ਪਰ ਅੱਜ ਵੀ ਦੁਨੀਆ ਉਹਨਾਂ ਨੂੰ ਜਾਣਦੀ ਹੈ, ਉਹਨਾਂ ਦੇ ਨਾਮ ਲੈਂਦੀ ਹੈ, ਉਹਨਾਂ ਦੇ ਜੀਵਨ ਬਾਰੇ ਵੀ ਜਾਣਦੀ ਹੈ। ਪਰ ਉਹਨਾਂ ਦੇ ਸਮਕਾਲੀ ਰਾਜਿਆਂ ਨੂੰ, ਉਹਨਾਂ ਦੇ ਸਮਕਾਲੀ ਅਮੀਰਾਂ ਚੌਧਰੀਆਂ ਨੂੰ, ਮਾਇਆ ਧਾਰੀਆਂ ਨੂੰ ਕੋਈ ਨਹੀਂ ਜਾਣਦਾ। ਇਹ ਨਾਮ ਦੀ ਮਹਿਮਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਫਿਰ ਗੁਰੂ ਕੋਲੋਂ ਕੀ ਮੰਗੀਏ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਮੰਗਣੀ ਹੋਈ, ਰੋਪਣਾ ਪਈ। ਸਾਡੇ ਮਾਲਵੇ ਦੇ ਸ਼ਬਦ ਹੈ ਰੋਪਣਾ। ਕਿਤੇ ਠਾਕਾ ਕਹਿੰਦੇ ਆ, ਕਿਤੇ ਰੋਕਣਾ ਕਹਿੰਦੇ ਆ, ਕਿਤੇ ਰੋਕਾ ਕਹਿੰਦੇ ਆ, ਬਹੁਤ ਸ਼ਬਦ ਵਰਤੇ ਜਾਂਦੇ ਆ। ਸਾਡੇ ਮਾਲਵੇ ਵਿੱਚ ਠੇਠ ਸ਼ਬਦ ਹੈ ਰੋਪਣਾ, ਭਾਵ ਰੋਪਣਾ ਮੰਗਣੀ। ਤੇ ਜਿਸ ਦਿਨ ਮੰਗਣੀ ਹੋਈ, ਉਹਨਾਂ ਦੇ ਕੋਲ ਭਾਈ ਸਾਹਿਬ ਭਾਈ ਮਰਦਾਨਾ ਜੀ ਵੀ ਪਰਿਵਾਰ ਨਾਲ ਗਏ। ਕਈ ਦਿਨ ਸਮਾਗਮ ਚੱਲਿਆ, ਸਮਾਪਤੀ ਹੋਈ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਹੈ ਮਿਲ ਕਰਕੇ ਉਹਨਾਂ ਨੂੰ ਵਾਪਸ ਚੱਲਣ ਦੀਆਂ ਤਿਆਰੀਆਂ ਕਰਨ ਲੱਗੇ ਆ। ਜਿਸ ਵੇਲੇ ਸੁਲਤਾਨਪੁਰ ਤੋਂ ਨਨਕਾਣਾ ਸਾਹਿਬ ਨੂੰ ਜਾਣ ਦੀਆਂ ਸਲਾਹਾਂ ਹੋਣ ਲੱਗੀਆਂ ਵੀ ਚੱਲੀਏ, ਹੁਣ ਬਹੁਤ ਦਿਨ ਹੋ ਗਏ, ਤਾਂ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰਾਂ ਦੇ ਕੋਲ ਮੋਦੀ ਖਾਨੇ 'ਤੇ ਆ ਗਏ ਤੇ ਆ ਕੇ ਕਹਿਣ ਲੱਗੇ, ਮਹਾਰਾਜ ਅਸ਼ੀਰਵਾਦ ਦਿਓ, ਹੁਣ ਅਸੀਂ ਤਾਂ ਵਾਪਸ ਚੱਲਨੇ ਆ, ਬਖਸ਼ਿਸ਼ ਕਰੋ। ਸਾਡਾ ਮਰਾਸੀਆਂ ਦਾ ਕੰਮ ਹੈ ਮੰਗਣਾ, ਤੇ ਮੈਨੂੰ ਕੁਛ ਦਿਓ, ਤੁਹਾਨੂੰ ਵਧਾਈਆਂ। ਤੁਹਾਡੀ ਰੋਪਣਾ ਪਈ ਹੈ, ਤੁਹਾਡੀ ਮੰਗਣੀ ਹੋਈ ਹੈ, ਤੁਹਾਨੂੰ ਵਧਾਈਆਂ, ਸਾਡੇ 'ਤੇ ਕਿਰਪਾ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਦਾ ਖੁਸ਼ ਰਹਿਣ ਵਾਲੇ ਪਲ ਆਪਣੇ ਬੈਠੇ ਹਨ ਅੱਡੇ 'ਤੇ ਮੋਦੀ ਖਾਨੇ 'ਚ। ਕਹਿਣ ਲੱਗੇ, ਮਰਦਾਨਿਆ ਬੋਲ ਕੀ ਦੇਵਾਂ, ਅੱਜ ਮੈਂ ਬਹੁਤ ਖੁਸ਼ ਹਾਂ ਤੇਰੇ 'ਤੇ, ਅੱਜ ਤੂੰ ਜੋ ਮੰਗੇਗਾ ਮੈਂ ਉਹੀ ਦੇਊਂਗਾ। ਫਿਰ ਮਰਦਾਨਾ ਸੋਚਾਂ 'ਚ ਪੈ ਗਿਆ ਵੀ ਯਾਰ ਕਿਤੇ ਆਪਾਂ ਕੁਛ ਹੋਰ ਨਾ ਮੰਗ ਲਈਏ, ਬਾਬੇ ਨੇ ਕੁਛ ਹੋਰ ਦੇਣਾ ਹੋਵੇ, ਜਾਂ ਆਪਾਂ ਥੋੜ੍ਹਾ ਨਾ ਮੰਗ ਲਈਏ, ਬਾਬੇ ਨੇ ਬਹੁਤਾ ਦੇਣਾ ਹੋਵੇ। ਤਾਂ ਇਹ ਸੋਚ ਕਰਕੇ ਭਾਈ ਮਰਦਾਨਾ ਜੀ ਕਹਿੰਦੇ ਤੁਸੀਂ ਆਪੇ ਦੇ ਦਿਓ ਜੋ ਦੇਣਾ ਹੈ। ਬਾਬਾ ਜੀ ਕਹਿੰਦੇ ਮੈਂ ਤੈਨੂੰ ਜੋ ਦੇਣਾ ਹੈ, ਸ਼ਾਇਦ ਮਰਦਾਨਿਆਂ ਤੈਨੂੰ ਚੰਗਾ ਨਾ ਲੱਗੇ, ਮੁੜ ਕੇ ਤੂੰ ਕਹੇ ਕਿ ਆਹ ਕੀ ਬਾਬੇ ਨੇ ਦੇਤਾ, ਐਵੇਂ ਤੂੰ ਗੁੱਸੇ ਹੋ ਜੇ, ਰੰਜ ਹੋ ਜੇ, ਦੇਖ ਲਾ। ਕਹਿੰਦਾ ਨਹੀਂ ਗੁੱਸੇ ਹੁੰਦਾ, ਤੁਸੀਂ ਦਿਓ ਜੋ ਦੇਣਾ ਹੈ।
ਪਾਤਸ਼ਾਹ ਨੇ ਫਿਰ ਆਪਣੇ ਬਚਨ ਕੀਤੇ, ਚੰਗਾ ਮਰਦਾਨਿਆ ਮੈਂ ਤੈਨੂੰ ਰਬਾਬ ਵਜਾਉਣ ਦਾ ਗੁਣ ਦਿੱਤਾ। ਸਿੱਖਣੇ ਪੈਂਦੇ ਆ ਨਾ ਗੁਣ ਸਾਰੇ, ਮਾਸਟਰੀ ਸਿੱਖਣੀ ਪੈਂਦੀ ਹੈ, ਡਾਕਟਰੀ ਸਿੱਖਣੀ ਪੈਂਦੀ ਹੈ, ਖੇਤੀਬਾੜੀ ਸਿੱਖਣੀ ਪੈਂਦੀ ਹੈ, ਕਥਾ ਕੀਰਤਨ ਕਰਨਾ ਸਿੱਖਣਾ ਪੈਂਦਾ, ਪਾਠ ਕਰਨਾ ਸਿੱਖਣਾ ਪੈਂਦਾ। ਇਹ ਸਾਰੇ ਕੰਮ ਸਿੱਖਣੇ ਪੈਂਦੇ ਆ। ਪਰ ਜੇ ਕੋਈ ਰੱਬ ਦਾ ਪਿਆਰਾ ਕਿਰਪਾ ਕਰ ਦੇਵੇ, ਬਿਨਾਂ ਸਿੱਖਿਆਂ ਵੀ ਆ ਜਾਂਦੇ ਆ, ਬਿਨਾਂ ਸਿੱਖਿਆਂ ਵੀ ਆ ਜਾਂਦੇ ਆ। ਗੁਰੂ ਕਿਰਪਾ ਕਰ ਦੇਣ ਤਾਂ। ਤੇ ਭਾਈ ਮਰਦਾਨੇ ਜੀ ਨੂੰ ਵੀ ਐਸੀ ਹੀ ਕਿਰਪਾ ਕੀਤੀ ਹੈ। ਕਹਿੰਦੇ ਮਰਦਾਨਿਆ ਅਸੀਂ ਤੈਨੂੰ ਤਾਰ ਦਾ ਗੁਣ ਦਿੰਦੇ ਹਾਂ, ਰਬਾਬ ਵਜਾਉਣ ਦਾ। ਭਾਈ ਮਰਦਾਨਾ ਜੀ ਹੱਥ ਬੰਨ੍ਹ ਕੇ ਕਹਿੰਦੇ ਜੀ 7 ਬਚਨ ਠੀਕ ਹੈ। ਪਾਤਸ਼ਾਹ ਨੇ ਵੇਖਿਆ ਚਿਹਰਾ ਵੀ ਕਿਤੇ ਗੱਲਾਂ 'ਚ ਤਾਂ ਨਹੀਂ ਸਾਰਤਾ, ਬਾਬੇ ਨਾਨਕ ਨੇ ਐਂ ਤਾਂ ਨਹੀਂ ਸਮਝਦਾ। ਫਿਰ ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਇੱਕ ਚੋਲਾ ਵੀ ਦਿੱਤਾ ਆਪਣਾ, ਔਰ ਮਾਇਆ ਵੀ ਦਿੱਤੀ ਕਾਫੀ, ਔਰ ਨਾਲ ਇਹ ਕਿਹਾ ਲੈ ਮਰਦਾਨਿਆ ਤੈਨੂੰ ਜਿਹੜੀ ਮੈਂ ਪਹਿਲੀ ਚੀਜ਼ ਦਿੱਤੀ ਆ ਉਹਦੀ ਮੈਨੂੰ ਲੋੜ ਆ, ਤੈਨੂੰ ਤਾਂ ਦਿੱਤੀ ਆ। ਭਾਵ ਇਹ ਹੈ ਪਰਮੇਸ਼ਰ ਦਾ ਕਾਰਨ। ਕੱਲ੍ਹ ਆਪਾਂ ਪੜ੍ਹਿਆ ਸੀਗਾ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ। ਅਸੀਂ ਉਹ ਕਰਦੇ ਆ ਜੋ ਪਰਮੇਸ਼ਰ ਕਰਾਉਂਦਾ ਹੈ। ਕਾਰਨ ਕਰਨ, ਪਰਮੇਸ਼ਰ ਕਾਰਨ ਕਰਨ ਹੈ। ਕਾਰਨ ਕਰਨ ਮਤਲਬ ਕੁਛ ਆਪ ਕਰਨ ਵਾਲਾ ਜਾਂ ਕਿਸੇ ਦੇ ਰਾਹੀਂ ਕਰਾਉਣ ਵਾਲਾ। ਹੁਣ ਬਾਬੇ ਨੂੰ ਲੋੜ ਹੈ ਇੱਕ ਸਾਜੀ ਦੀ, ਤੇ ਉਹ ਸਾਜ ਦਾ ਗੁਣ ਜਿਹੜਾ ਮਰਦਾਨੇ 'ਚ ਰੱਖ ਲਿਆ। ਕੋ ਸਤਨਾਮ ਕਰੇ ਕਰਾਵੇ ਆਪੇ ਆਪ। ਪਰ ਉਹ ਰਬਾਬ ਨੂੰ ਵਜਾਉਣ ਦਾ ਗੁਣ ਮਰਦਾਨੇ 'ਚ ਰੱਖਦਾ ਵੀ ਤੂੰ ਰਬਾਬ ਵਜਾਈ ਤੇ ਮੈਂ ਸ਼ਬਦ ਗਾਊਂਗਾ, ਮੈਨੂੰ ਤੇਰੀ ਬੜੀ ਲੋੜ ਆ ਆਉਣ ਵਾਲੇ ਸਮੇਂ 'ਚ। ਅੱਜ ਤੋਂ ਤੂੰ ਸਾਡਾ ਮਰਾਸੀ ਹੋਇਆ ਮਰਦਾਨਿਆ, ਅੱਜ ਤੋਂ ਤੂੰ ਮੇਰਾ ਮਰਾਸੀ ਹੈ। ਤੂੰ ਅੱਜ ਤੋਂ ਬਾਅਦ ਕਿਸੇ ਹੋਰ ਕੋਲੇ ਮੰਗਣ ਨਹੀਂ ਜਾਣਾ। ਤੇ ਮਰਦਾਨਾ ਕਹਿੰਦਾ ਜੀ ਮੈਨੂੰ ਕਿਸੇ ਕੋਲੇ ਮੰਗਣ ਦੀ ਕੀ ਲੋੜ ਆ, ਜਦ ਮੈਨੂੰ ਸਾਰਾ ਕੁਝ ਤੁਹਾਡੇ ਕੋਲੋਂ ਮਿਲੇਗਾ। ਕਹਿਣ ਲੱਗੇ ਠੀਕ ਆ। ਉਸ ਦਿਨ ਤੋਂ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਦੇ ਹੋ ਕੇ ਰਹਿ ਗਏ, ਔਰ ਜ਼ਿੰਦਗੀ ਸਾਰੀ ਹੀ ਜਿਹੜੀ ਹੈ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਲੇਖੇ ਲਾ ਦਿੱਤੀ। ਸਾਰੀ ਜ਼ਿੰਦਗੀ ਉਹਨਾਂ ਨੇ ਪਰਮੇਸ਼ਰ ਦੀ ਗੁਣ ਗਾਉਂਦੇ ਆ, ਰਬਾਬ ਵਜਾਉਂਦੇ ਆ। ਬਾਬੇ ਨਾਨਕ ਦੀਆਂ ਯਾਤਰਾ ਵਿੱਚ ਸਾਥ ਦਿੱਤਾ, ਉਦਾਸੀਆਂ ਵਿੱਚ ਸਾਥ ਦਿੱਤਾ, ਉਹਨਾਂ ਦੇ ਨਾਲ ਗਏ ਆ। ਇਸ ਕਰਕੇ ਅਸੀਂ ਕੀ ਮੰਗੀਏ ਕਿ ਅਸੀਂ ਖਤਮ ਨਾ ਹੋਈਏ ਤੇ ਮੰਗਣ ਵਾਲੀ ਵਸਤੂ ਖਤਮ ਨਾ ਹੋਵੇ। ਅੱਜ ਉਹ ਰਬਾਬ ਦਾ ਗੁਣ, ਤਾਰ ਦਾ ਗੁਣ ਭਾਈ ਮਰਦਾਨੇ ਦੇ ਵੰਸ਼ਜ ਵਿੱਚ ਆ ਰਿਹਾ ਆਟੋਮੈਟਿਕ। ਕਈ ਬੰਦੇ ਕਹਿ ਦਿੰਦੇ ਆ, ਕਹਿੰਦੇ ਮਰਾਸੀ ਦਾ ਜਦ ਰੋਂਦਾ ਨਾ ਉਹ ਵੀ ਰਾਗ ਵਿੱਚ ਹੀ ਰੋਂਦਾ। ਛੋਟਾ ਬੱਚਾ ਉਹਦਾ ਜਦ ਬੱਚਾ ਜਨਮ ਲੈਂਦਾ ਨਾ ਮਰਾਸੀ ਦਾ, ਉਹ ਰਾਗਾਂ 'ਚ ਹੀ ਰੋਊਗਾ। ਬੱਚੇ ਹੋਰ ਵੀ ਰੋਂਦੇ ਆ ਪਰ ਉਹਦੀਆਂ ਆਵਾਜ਼ਾਂ ਰਾਗਾਂ ਮੁਤਾਬਕ ਹੋਣਗੀਆਂ। ਕਮਾਲ ਦੀ ਗੱਲ ਹੈ, ਬਾਬੇ ਨਾਨਕ ਨੇ ਕੈਸੀ ਕਿਰਪਾ ਕੀਤੀ ਭਾਈ ਮਰਦਾਨੇ ਕਿਆਂ 'ਤੇ। ਕੱਲ੍ਹ ਪਰਸੋਂ ਭਾਈ ਮਰਦਾਨੇ ਦੀ ਬਾਂਸਰੀ ਦੇ ਕੋਈ 15-20 ਬੰਦੇ ਜਥਾ ਬਣਾ ਕਰਕੇ ਹਰਿਮੰਦਰ ਸਾਹਿਬ ਨਮਸਕਾਰ ਕਰਨ ਵੀ ਆਏ ਆ, ਔਰ ਬੇਨਤੀ ਕਰਨ ਆਏ ਕਿ ਜਿੱਥੇ ਅਸੀਂ ਹੋਰ ਭਗਤਾਂ ਦੇ ਗੁਰੂਆਂ ਦੇ ਦਿਹਾੜੇ ਮਨਾਉਣੇ ਆ, ਉੱਥੇ ਭਾਈ ਮਰਦਾਨਾ ਜੀ ਦਾ ਵੀ ਜਨਮ ਦਿਨ ਜਾਂ ਸਰੀਰ ਤਿਆਗਣ ਦਾ ਦਿਨ ਮਨਾਉਣਾ ਸ਼ੁਰੂ ਕਰੀਏ। ਚਲੋ ਖੈਰ ਉਹ ਦਫ਼ਤਰ ਨੇ, ਪ੍ਰਬੰਧਕਾਂ ਨੇ ਸਲਾਹ ਕਰਨੀ ਆ, ਪਰ ਚੰਗੀ ਸੋਚ ਹੈ। ਭਾਵੇਂ ਕਿ ਉਹ ਮਰਦਾਨਾ ਦੁਨੀਆ ਨੂੰ ਵਿਸਰਦਾ ਨਹੀਂ, ਹਮੇਸ਼ਾ ਬਾਬੇ ਨਾਨਕ ਦੇ ਨਾਲ ਯਾਦ ਕੀਤਾ ਜਾਵੇਗਾ। ਔਰ ਉਹਨਾਂ ਦੇ ਨਾਂ 'ਤੇ ਸਤਿਗੁਰੂ ਨਾਨਕ ਨੇ 2 ਸ਼ਬਦ ਰਚ ਕੇ ਬਾਣੀ ਵਿੱਚ ਚੜ੍ਹਾ ਦਿੱਤੇ, ਮਰਦਾਨਾ ਪਹਿਲਾ ਦੇ ਨਾਮ ਹੇਠ। ਕਹਿਣ ਤੋਂ ਭਾਵ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੜੀਆਂ ਬਖਸ਼ਾਂ ਕੀਤੀਆਂ ਸਾਡੇ 'ਤੇ ਅਸੀਂ ਕੀ ਮੰਗੀਏ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਪ੍ਰੇਮਾ ਭਗਤੀ ਮੰਗੀਏ ਗੁਰੂ ਕੋਲੋਂ। ਗੁਣ ਗਾਵੇ ਅਣਦਿਨ ਤੇ ਜਾਗੀ, ਸਾਡੀ ਆਤਮਾ ਜਾਗ ਪਵੇ ਉਹਦੇ ਗੁਣਾਂ ਨੂੰ ਗਾਈਏ। ਬਾਹਾਂ ਪਕੜਤੇ ਸੁਆਮੀ ਮੇਲਾ, ਤੇ ਜਿਹੜਾ ਗੁਣ ਗਾਉਂਦਾ ਸਤਿਗੁਰੂ ਉਹਦੀ ਬਾਂਹ ਫੜ ਲੈਂਦਾ ਤੇ ਕਿੱਡਾ ਵੱਡਾ ਵਾਅਦਾ ਕਰਦਾ ਹੈ।
चित चरण कमल का आसरा, चित चरण कमल संग जोड़िए। मन लोचे बुराइयाँ गुर शब्दी ए मन होड़िए। बाहें जिन्हां दी पकड़िए, सिर दीजै बाहें न छोड़िए। तेग बहादुर बोलिया धर पईए, धर्म ना छोड़िए। तेग बहादुर ने बाह फड़ी है भारत वर्ष के लोगों की, और वाकया ही इन्हों जुल्म के जूले हेठों कढ़िया। तो इस तरह गुरु बाह फड़दा उन्होंने जिन्हों की गुरु बाह फड़दा फिर छड्डदा नहीं। बाह पकड़ते स्वामी मेले जिसके मस्तक लहना, ते किन्हां जिन्हां दे मत्थे दे वड्डे भाग हुंदे आ। झूठा मांगण जे कोई मांगे, एक हिंदू मत के वेदां विच साखी आउंदी आ, कथा आउंदी आ। 10वें पातशाह जी ने अपने दसम ग्रंथ विच भी लिखी है, एक भस्मासुर नाम का दैंत होया। जिहड़ा भस्मासुर दैंत सी ना, इस मनुख ने कहते हुंदे तां मनुखां वर्गे ही है, बस बंदे का सुभाਅ ही बदल जाता है। सुभाਅ भयानक हो जाए तो उन्होंने लोग दैंत कहन लग जाते हैं, सुभाਅ चंगा हो जे देवते कहन लग जाते हैं। कहते इसने शिव जी की आराधना कर ली। हुण शिव जी का काम है मरना मारना, मौत देनी। बस मौत तो डरते ने इसने शिव जी की आराधना कर ली। कहते शिव जी इस ते बड़ा खुश होया, खुशी विच आके कहना बोल भगता की मंगदा। कहन लग्या जी तुसी कृपा कर दिओ, बस मैं मरा ना, ऐसी बख्शिश कर दिओ मैनू मौत ना पवे। तो शिव जी ने कहने अपनी बांह विचों ला के कड़ा दे दिता। कहंदे आ कड़ा रख ली साम के, तू मरेगा नहीं, पर जिहदे सिर ते कड़ा रख देगा वह मर जाऊगा। कोई सतनाम नाल, क्योंकि मरना सब ने आ, मरन का विਉਂਤਬੰਦੀ परमेश्वर ने सब दी बनाई है। किवें हो सकता कोई मरे ना, शरीर तो सब ने त्यागना। कहन लगे उस मनुख नूं जिन्हें शिव की भगती की, उन्होंने कड़ा दे दिता भी है, कड़ा जिहदे सिर ते रखेगा वह मर जाऊगा, तू नहीं मरेगा। हुण इसने कड़ा लैके तजर्बा करना शुरू किया, और इन्हें सोचा क्यों ना ये तजर्बा मैं शिव जी ते कर ला। मत मारी गई, की मंग लिया मरा ना, पर गुरु साहब कहते नहीं, ये मौत एक बारी सब दी आनी है। गुरु साहबा ने भी, भगतां ने भी, शहीद सिंघां ने भी इसनूं खिड़े मत्थे प्रवान किया है। और यदि मत मारी गई, बंदा परमेश्वर जो किसी को खत्म करदा तो उन्होंने मत मारदा, उहदी लत नहीं मारदा, मत मारदा बंदे दी। की होया भस्मासुर दा कहने मत मारी गई तो सोचन लगे मैं शिव जी ते तजर्बा करदा, जे शिव जी मर गया तो नाले इहदी घरवाली पार्वती है वो आपां रख लांगे। बस फिर की सीगा, दैन लैके वो कड़ा शिव जी दे मगर पै गया, मूहरे भजिया मगर भजिया डाहना देवे। भजिया जाता है। हुण शिव जी अपना सिर लुकाउंदा है उस तो भी मेरे सिर ते ना किते रख देवे, मैनू भी ना मार देवे। तो गुरु प्यारिओ अखीर भजदा भजदा ये तो पहाड़ों के विच अपने सिर नूं लुकाउंदा फिरदा ते भस्मासुर दे मगर पिया होया। ते कहंदे ऐन चाण चक कहंदे विष्णु नूं पता लग्या इहदे साथी नूं, कहंदे वो इस्त्री का रूप धार के पार्वती का रूप धार के दे सामने आ गया। भस्मासुर खड़ गया, कहना पार्वती भी आ गई। वो कहन लग्या जे मैनू वरना, जे तू मैनू अपनी बनाउणा है ना तां तू ऐ कर, मैनू नच के खुश कर, मैं नच के विखा, मेरे नाल नच। जिवें उन्हां दे वेदां विच कहानी लिखी है। मैं गल करदा भी मनुख जिहड़ा मौत तो डरदा है, मौत तो बचण दीआं कोशिशां करदा है, झूठियां वस्तुआं मंगदा है, ऐशो इशरत मंगदा दुनिया दे विचों, रब नूं नहीं मंगदा। अखीर कहंदे उन्हें उहदी सलाह मन के उन्हें नचना शुरू किया। वो भी नचन लग्या, पार्वती रिश्ते का रूप धारिया होया तो वह भी नचन लग्या।
ਉਹ ਕਹਿਣ ਲੱਗਿਆ ਜਿਵੇਂ ਮੈਂ ਕਰਦਾ ਉਵੇਂ ਕਰਨਾ। ਉਹਦੇ ਹੱਥ ਵਿੱਚ ਫੜਿਆ ਹੋਇਆ ਕੜਾ ਸੀਗਾ ਅਤੇ ਕਹਿੰਦੇ ਉਸ ਤਰ੍ਹਾਂ ਕਰਦਾ ਹੈ। ਕਰਦਿਆਂ ਕਰਦਿਆਂ ਜਦੋਂ ਬਾਹਾਂ ਇੱਦਾਂ ਕਰਨ ਲੱਗਿਆ ਅਤੇ ਉਹਨੇ ਇੱਕ ਬਾਂਹ ਐਂ ਕਰਕੇ ਅਤੇ ਸਿਰ 'ਤੇ ਰੱਖ ਲਈ ਅਤੇ ਉਹਨੇ ਕੜੇ ਵਾਲੀ ਬਾਂਹ ਸਿਰ 'ਤੇ ਰੱਖ ਲਈ। ਕਹੋ ਸਤਨਾਮ। ਜਿਹੜੇ ਹੱਥ ਵਿੱਚ ਉਹਦੇ ਕੜਾ ਫੜਿਆ ਹੋਇਆ ਸੀ ਨਾ ਸ਼ਿਵ ਜੀ ਦੇ ਸਿਰ 'ਤੇ ਰੱਖਣ ਵਾਸਤੇ, ਉਹਨੂੰ ਮਾਰਨ ਵਾਸਤੇ, ਉਹ ਹੱਥ ਵਿੱਚ ਕੜਾ ਉਸ ਦੇ ਮੱਤ ਮਾਰੀ ਹੋਈ ਆ। ਅਤੇ ਨੱਚਦਿਆਂ ਨੱਚਦਿਆਂ ਜਦੋਂ ਕਹਿੰਦੇ ਉਹ ਵਿਸ਼ਨੂੰ ਬਣੀ ਇਸਤਰੀ ਨੇ ਸਿਰ 'ਤੇ ਹੱਥ ਰੱਖਿਆ, ਨੱਚਦੇ ਨੇ ਐਂ ਕਰਕੇ, ਇਹਨੇ ਵੀ ਕੜਾ ਸਿਰ 'ਤੇ ਰੱਖ ਲਿਆ ਅਤੇ ਉੱਥੇ ਭਸਮ ਹੋ ਗਿਆ। ਕਹਿੰਦੇ ਕਹੋ ਸਤਨਾਮ। ਫਿਰ ਉਹਨੂੰ ਬਚਾਇਆ ਸ਼ਿਵ ਜੀ ਨੂੰ। ਭੋਲਾ ਸੀ ਕਹਿੰਦੇ, ਬੜੀ ਜਲਦੀ ਵਰ ਦੇ ਦਿੰਦਾ ਹੈ, ਪਰ ਕਈ ਵਾਰੀ ਉਹਨੂੰ ਪੁੱਠਾ ਹੀ ਪੈ ਜਾਂਦਾ ਉਹ। ਇਸ ਕਰਕੇ ਉਹ ਭਸਮਾਸੁਰ ਦੈਨ ਦਾ ਖਾਤਮਾ ਹੋ ਗਿਆ। ਇਸ ਤਰ੍ਹਾਂ ਕਹਿਣ ਤੋਂ ਭਾਵ ਹੈ ਸੰਸਾਰ ਦੀਆਂ ਵਸਤੂਆਂ ਖਤਮ ਹੋਣ ਵਾਲੀਆਂ, ਇੱਥੋਂ ਤੱਕ ਕਿ ਸਰੀਰ ਵੀ ਸਦਾ ਰਹਿਣ ਵਾਲਾ ਨਹੀਂ, ਇਹ ਵੀ ਖਤਮ ਹੋਣ ਵਾਲਾ ਹੈ। ਹਾਂ, ਕੀ ਮੰਗੀਏ ਗੁਰੂ ਦੇ ਕੋਲੋਂ? ਅਗਲੀ ਪੰਕਤੀ ਬਾਬਾ ਜੀ ਕਹਿੰਦੇ ਪ੍ਰੇਮਾ ਭਗਤੀ ਮੰਗੀਏ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਜਿਨ੍ਹਾਂ ਨੇ ਹਿਰਦੇ ਵਿੱਚ ਪ੍ਰੇਮਾ ਭਗਤੀ ਜਾਗ ਪਈ। ਗੁਣ ਗਾਵੇ ਆਨ ਦਿਨ ਨਿਤ ਜਾਗੀ। ਉਹ ਰੋਜ਼ਾਨਾ ਗੁਰੂ ਦੇ ਗੁਣ ਗਾਉਂਦੇ ਨੇ, ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਬਾਹਾਂ ਪਕੜ ਤੇ ਸੁਆਮੀ ਮਿਲੈ, ਅਤੇ ਗੁਰੂ ਉਹਦੀ ਬਾਂਹ ਫੜ ਕੇ ਆਪਣੇ ਨਾਲ ਲਾ ਲੈਂਦਾ ਹੈ, ਆਪਣੇ ਨਾਲ ਜੋੜ ਲੈਂਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਤੀਜੇ ਪਾਤਸ਼ਾਹ ਸਲਾਹ ਦਿੰਦੇ ਆ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇਸ ਤਰ੍ਹਾਂ ਉਹ ਅੰਗੀਕਾਰ ਕਰਨ ਦਾ ਮਤਲਬ ਹੈ ਆਪਣੇ ਵਿੱਚ ਮਿਲਾ ਲੈਣਾ, ਇੱਕਮਿਕ ਹੋ ਜਾਣਾ। ਅੰਗੀਕਾਰ ਕਰਨਾ, ਇੱਕਮਿਕ ਹੋ ਜਾਣਾ। ਜਿਵੇਂ ਦਸਵੇਂ ਪਾਤਸ਼ਾਹ ਜੀ ਕਹਿੰਦੇ, ਕਰਤ ਤਪੱਸਿਆ ਜਬ ਹਮ ਭਇਓ, ਦਵੈ ਤੇ ਏਕ ਰੂਪ ਹੋਏ ਗਇਓ। ਚੇਤਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਆਓ ਗੁਰੂ ਦੇ ਕੋਲੋਂ ਪ੍ਰੇਮਾ ਭਗਤੀ ਮੰਗੀਏ। ਗੋਰਖਨਾਥ ਵਰਗਿਆਂ ਨੇ ਲੰਬੀ ਉਮਰ ਮੰਗੀ, ਲੰਬੀ ਆਜੂ ਮੰਗੀ। ਪਰਮੇਸ਼ਰ ਤੋਂ ਸਾਧਨਾ ਕਰਕੇ, ਯੋਗ ਸਾਧਨਾ ਕਰਕੇ ਕੋਸ਼ਿਸ਼ ਕੀਤੀ ਕਿ ਸਾਡੀ ਉਮਰ ਇੰਨੀ ਲੰਬੀ ਹੋ ਜਾਵੇ, ਅਸੀਂ ਮਰੀਏ ਹੀ ਨਾ। ਅਤੇ ਜਿਸ ਵੇਲੇ ਗੋਰਖਨਾਥ ਨੂੰ ਸ਼ਮੇਰ ਪਰਬਤ 'ਤੇ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਮਿਲੇ। ਹੁਣ ਗੁਰੂ ਨਾਨਕ ਦੇਵ ਜੀ ਦੀ ਓਰੀਜਨਲ ਉਮਰ ਹੈ ਉਸ ਵੇਲੇ, ਅਤੇ ਗੋਰਖਨਾਥ ਨੇ ਸਵਾਸ ਰੋਕ ਰੋਕ ਕੇ ਉਮਰ ਲੰਬੀ ਕੀਤੀ ਹੋਈ ਹੈ। ਚਿੱਟਾ ਦਾੜਾ ਹੋ ਗਿਆ, ਸਭ ਕੁਝ ਬਾਲ ਚਿੱਟੇ ਹੋ ਗਏ। ਸਤਿਗੁਰੂ ਪਾਤਸ਼ਾਹ ਜਵਾਨੀ ਦੇ ਵਿੱਚ ਹਨ। ਜਿਸ ਵੇਲੇ ਗਿਆਨ ਦੀਆਂ ਗੱਲਾਂ ਗੋਰਖਨਾਥ ਨਾਲ ਕੀਤੀਆਂ, ਅਤੇ ਗੋਰਖਨਾਥ ਕਹਿਣ ਲੱਗਿਆ ਬਾਲਕੇ, ਹੇ ਨਾਨਕ, ਤੂੰ ਇੰਨਾ ਗਿਆਨ ਕਿੱਥੋਂ ਪਾ ਲਿਆ? ਅਸੀਂ ਵੱਡੀਆਂ ਉਮਰਾਂ ਵਾਲੇ, ਸਾਨੂੰ ਇੰਨਾ ਗਿਆਨ ਨਹੀਂ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਵੀ ਆਰ ਜੁਗਾਦੀ ਹਾਂ, ਮੈਂ ਵੀ ਵੱਡੀ ਉਮਰ ਵਾਲਾ ਹੀ ਹਾਂ। ਭਾਵ ਜਿਹੜੀ ਰੂਹ ਹੈ ਵਿੱਚ ਉਹਨਾਂ ਦੇ, ਜੁਗਾਂ ਜੁਗਾਂਤਰਾਂ ਤੋਂ ਅਵਤਾਰਾਂ ਦਾ ਰੂਪ ਧਾਰਦੀ ਹੈ। ਸਰਜੁਗ ਤੈ ਮਾਣਿਓ, ਛਲਿਓ ਬਲਵਾਵਨ ਭਾਇਓ, ਤ੍ਰੇਤਾ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ, ਕਲਯੁਗ ਆਪ ਨਾਨਕ ਅੰਗਦ ਅਮਰ ਕਹਾਇਓ। ਇਸ ਤਰ੍ਹਾਂ ਉਹ ਪਰਮੇਸ਼ਰ ਦੀਆਂ ਰੂਹਾਂ ਜਿਹੜੀਆਂ ਸਮੇਂ ਸਮੇਂ 'ਤੇ ਆਉਂਦੀਆਂ, ਜਿਸ ਤਰ੍ਹਾਂ ਤੁਸੀਂ ਰੋਜ਼ਾਨਾ ਗੁਰੂ ਘਰ ਕੱਪੜੇ ਬਦਲ ਕੇ ਆਉਣੇ ਹੋ, ਅਵਤਾਰ ਸਰੀਰ ਬਦਲ ਕੇ ਆਉਂਦੇ ਆ। ਤਾਂ ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਗੋਰਖਾ, ਉਹ ਤੂੰ ਪੁਰਾਣੇ ਜੁੱਲੜ ਨਾਲ ਮੋਹ ਪਾਇਆ ਹੋਇਆ ਹੈ। ਅਸੀਂ ਨਿੱਤ ਨਵਾਂ ਲੈ ਕੇ ਆਉਣੇ ਆ। ਮੈਂ ਵੀ ਆਦੀ ਜੁਗਾਦੀ ਹਾਂ, ਮੈਂ ਵੀ ਬਹੁਤ ਪੁਰਾਣਾ ਹਾਂ, ਮੈਂ ਵੀ ਕੋਈ ਅੱਜ ਦਾ ਨਹੀਂ। ਪਰ ਮੈਂ ਜਦੋਂ ਆਉਣਾ, ਨਵਾਂ ਸਰੀਰ ਲੈ ਕੇ ਆਉਣਾ, ਅਤੇ ਤੂੰ ਆ ਪੁਰਾਣਾ ਸਰੀਰ ਛੱਡਣ ਨੂੰ ਤਿਆਰ ਨਹੀਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਆਓ ਉਸ ਪਰਮੇਸ਼ਰ ਦੇ ਕੋਲੋਂ ਸੰਸਾਰ ਦਾ ਝੂਠਾ ਸਮਾਨ ਨਾ ਮੰਗੀਏ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ। ਇਹਨੇ ਖਤਮ ਹੋਣਾ ਹੀ ਹੋਣਾ। ਕਿੰਨੀ ਕੁ ਲੰਬੀ ਆਜੂ ਰੱਖ ਲਾਂਗੇ, ਅਖੀਰ ਤਾਂ ਮੌਤ ਆਉਣੀ ਹੈ। ਗੋਰਖਨਾਥ ਵਰਗੇ ਵੀ ਮਰ ਗਏ।
गुरु प्यारिओ, लख वरे दी आरजा है एक ऋषि दी, और उसने गुरु प्यारिओ लख वरे दे विच घर नहीं बनाया, कोई रिहाइश नहीं बनाई। वो सिर ते खिप रख के, भाव घाह की प्लेट जी बना के सिर ते रख ली धुप तो बचन वास्ते। ते गुरु प्यारिओ उसने सारी उम्र भजन करके लंघा दिती, शरीर उन्हें भी त्यागता, पर उन्होंने याद किया जाता। अज मेरे प्रीतम जी कहने भलिया, आ परमेश्वर दे कोलों प्रेमा भगती मंगीए, जिहड़ी हमेशा रहन वाली है, तैनूं जगा देवेगी। गुण गावै आंदे नित जागी, जद गुण गावांगे प्रेम दे विच बैठ के उहदे, ते साडी आत्मा जाग पवेगी, साडी सुरत जाग पवेगी। जो सुती हुई है जाग लेहो रे मना जाग लेहो, कहाँ गाफल सोया, जो तन उपजिया संग ही सो भी संग न होया। बाह पकड़ते स्वामी मेला, ते जिन्हां दी आत्मा जाग पई, गुरु उन्होंने आपदे नाल जोड़ लैंदा, आपदे विच मिला लैंदा। करत तपस्या जब हम भयो दवै, ते एक रूप होए गए। गुरु गोबिंद सिंह जी कहंदे, मैं परमेश्वर नाल एक मिक हो गया। ध्याता धे ते ध्यान, ध्यान दे जरिए ध्याता ते धे एक हो गए। तो करते तू भया मुझ में रहा ना हूँ, जब आपा परका मिट गया, जब देखो तद तू। रविदास जी एकमिक होए, ते उदों वो भी कहते आ, तो ही मोही मोही तो ही अंतर कैसा। हुण अपने विच कोई फर्क नहीं रह गया, तेरे ते मेरे च, मेरे ते तेरे विच बस थोड़ा ही फर्क आ। मैं तो इत्थों बनिया होया गहना हाँ, ते तू शुद्ध डला सोने का है। कोई सतनाम एक डला होया सोने का, उन्होंने लोग सोना ही कहणगे। डली छोटी होवे वड्डी होवे, उन्होंने सोना कहणगे। पर जिहड़े गहने बने हुंदे आ, उन्हां लोग कहंदे हार है जी, परौणे दी, ये परौणे दी छाप है, ये कुड़ी दा हार है, ये वस्तु है, ये चैनी है। सिਉਣੇ का नाम दिसदा ही नहीं किसी को, पर जदों वो सारे गहने भन दिते जाते हैं, फिर बाकी सिਉਣਾ बच जाता, कहते सिਉਣਾ है। कोई सतनाम सी। इस तरह जिन्ना चਿਰ ਅਸੀਂ ਸਰੀਰਾਂ ਵਿੱਚ ਹਾਂ, ਸਾਡੇ नाम ਹਨ, पर जदों असी एकमिक हो गए, फिर तो ही मोही मोही तो ही अंतर कैसा वाली घटना घटती है। जिन्होंने भगतां ने अपनी जिंदगी भी समझ लिया, तो फिर उन्होंने बचन उचार दिते। प्रीतम जी कहते, बाह पकड़ते स्वामी मेला, जिसके मस्तक लहना, लहना हुंदा लैना वड्डे भाग। जिवें दूसरे पातशाह लहना जी भाव गुरु अंगद देव जी, जिस वेले पहली बार गुरु नानक देव जी नूं मिले, बड़ियां प्यार दे विच गल्लां होईयां, ते गल्लां करदे करदे लहना जी कहन लगे, महाराज तुसीं मैनूं उत्थे बाहर क्यों ना दस्सिया, तुसीं तुर के आए, मैं घोड़ी ते बह के आया, मैं तहानू घोड़ी ते बिठा लेंदा, मैं तुर के आ जांदा। गुरु नानक देव जी कहते, कोई नहीं भाई, तेरा नाम की है जी? नाम तो मेरा लैना है। चंगा फिर ठीक है, तू लैना है तो असी देना है, तो लैन वेले चढ़ के ही आउंदे आ। कोई सतनाम सी, किसी ने कर्जा लैना होवे वो भी चढ़ के आउंदा। चढ़ के आउण दीआं दो गल्लां, एक तो चढ़ के आउंदा किसी सवारी ते गड्डी ते, तो दूजा चढ़ के आना गुस्से ते चढ़ के आना, क्रोध ते चढ़ के आना भी अज पैसे लेके आऊँगा, छड्डने नहीं। जिन्हें लैना वो चढ़ के ही आते हैं। भाव कहन तो है कोई गल नहीं, जेड़ी तू घोड़ी ते चढ़ के आ गया फिर की हो गया, तू लैना है तो असी देना है। जिन्हां दे बत्थे दे विच लैण वाले भाग हुंदे आ, वडभागी सतसंगत पावै, भागहीन भरम चोटा खावै। प्रीतम जी कहंदे, जिसके मस्तक लहना, तो जिन्हां ने लहना है, जिन्हां दे भागां च लैना है, गुरु का नाम, गुरु दी दात, परमेश्वर दा सिमरन, जिन्हां दे भागां विच है। चरण कमल भगतां मन बुठे, उन्हां दे हिरदे विच गुरु दे हरि दे चरण वस जांदे आ। इत्थे चरनां तो भाव मास दे पैर नहीं, इत्थे चरनां तो भाव भी गुरु दे शब्द हैं, क्योंकि गुरु साडा गुरु ग्रंथ साहिब है, शब्द स्वरूप है, तो शब्द स्वरूप का सारा शरीर जिहड़ा वो शब्द ही है। उन्हां दे हिरदे विच गुरु की गल वस जाती है।
ਪ੍ਰੀਤਮ ਜੀ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹੈ, ਚਰਨ ਕਮਲ ਭਗਤਾ ਮਨ ਬੁੱਠੇ, ਉਹਨਾਂ ਦੇ ਹਿਰਦੇ ਵਿੱਚ ਹਰੀ ਦੇ ਚਰਨ ਵਸ ਜਾਂਦੇ ਆ, ਹਰੀ ਦੀ ਗੱਲ ਵਸ ਜਾਂਦੀ ਆ। ਤੇ ਦੂਜੇ ਬਿਨ ਪਰਮੇਸ਼ਰ ਸਗਲੇ ਮੁੱਠੇ, ਮੁੱਠਣਾ ਹੁੰਦਾ ਠੱਗਣਾ। ਜਿਨ੍ਹਾਂ ਦੇ ਮਾੜੇ ਭਾਗ ਹੁੰਦੇ ਆ ਭਾਈ ਉਹ ਠੱਗੇ ਜਾਂਦੇ ਆ। ਦੁਨੀਆ ਦੇ ਵਿੱਚ ਹਮੇਸ਼ਾ ਪਰਮੇਸ਼ਰ ਤੋਂ ਬਗੈਰ ਉਹ ਟੇਢੀਆਂ ਜੂਨਾਂ ਵੀ ਠੱਗੇ ਜਾਂਦੇ ਆ। ਜਿਹੜੇ ਨਾਮ ਜਪਦੇ ਆ ਨਾ ਉਹ ਮਰੈ ਨਾ ਠਾਗੈ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਇਹਨਾਂ ਦੋਨਾਂ ਪੰਕਤੀਆਂ ਦੇ ਅਰਥ ਇਸ ਪੰਕਤੀ ਵਿੱਚ ਵੀ ਹੋ ਗਏ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸ ਗਿਆ ਉਹ ਠੱਗੇ ਨਹੀਂ ਜਾਂਦੇ। ਚਰਨ ਕਮਲ ਭਗਤਾ ਮਨ ਬੁੱਠੇ, ਬਿਨ ਪਰਮੇਸ਼ਰ ਸਗਲੇ ਮੁੱਠੇ। ਆਓ ਪੰਜਵੇਂ ਪਾਤਸ਼ਾਹ ਇੱਕ ਸਲਾਹ ਦਿੰਦੇ ਆ ਅਖੀਰਲੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਤੇ, ਜੇ ਸਿਮਰਤ ਸੰਤ ਜਨਾ ਕੀ ਧੂੜ ਨਿਤ ਬਾਂਛੈ। ਬਾਂਛਣਾ ਵੀ ਹੁੰਦਾ ਮੰਗਣਾ। ਕਾਂਖੀ ਇੱਕ ਹੈ, ਕਾਂਖੀ ਭਾਵ ਇੱਛਾ, ਮੈਨੂੰ ਇੱਕੋ ਹੀ ਇੱਛਾ ਹੈ। ਕਾਂਖੀ ਇੱਕ ਹੈ, ਦਰਸ ਤਿਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਮੈਨੂੰ ਉਹਨਾਂ ਦੀ ਸੰਗਤ ਬਖਸ਼ ਜਿਨ੍ਹਾਂ ਦੀ ਇੱਕੋ ਹੀ ਇੱਛਾ ਹੈ ਤੇਰੇ ਦਰਸ਼ਨ ਕਰਨੇ, ਮੈਨੂੰ ਵੀ ਉਹਨਾਂ ਨਾਲ ਮਿਲਾ ਦੇ। ਤਾਂ ਇਸੇ ਬਾਂਛੇ ਦਾ ਮਤਲਬ ਹੀ ਮੰਗਣਾ ਹੈ। ਤੇ ਗੱਲ ਮੰਗਣ ਤੋਂ ਹੀ ਚੱਲੀ ਸੀ ਵੀ ਗੁਰੂ ਕੋਲੇ ਆਈਏ ਤੇ ਮੰਗੀਏ ਕੀ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਤਿਆਗਣਾ ਤਿਆਗਣ ਨੀਕਾ, ਨੀਕਾ ਮਤਲਬ ਚੰਗਾ, ਇਹ ਚੰਗਾ ਹੈ। ਤਿਆਗਣਾ ਕੀ, ਕਾਮ ਕ੍ਰੋਧ ਲੋਭ ਤਿਆਗਣਾ। ਲਾਗਣਾ ਨਗ ਲਾਗਣ ਨੀਕਾ, ਕਿੱਥੇ ਲੱਗਣਾ ਚੰਗਾ, ਗੁਰ ਚਰਨੀ ਮਨ ਲਾਗਣਾ। ਕਹੋ ਨਾਨਕ ਤੇ ਸਭ ਕੁਛ ਨੀਕਾ, ਉਹਨਾਂ ਦਾ ਸਾਰਾ ਜੀਵਨ ਹੀ ਨੀਕਾ ਚੰਗਾ ਹੋ ਗਿਆ, ਕਲੀਅਰ ਹੋ ਗਿਆ, ਸਾਫ਼ ਹੋ ਗਿਆ। ਕਿਹਨਾਂ ਦਾ, ਕਹੋ ਨਾਨਕ ਤੇ ਸਭ ਕੁਛ ਨੀਕਾ, ਜੋ ਪ੍ਰਭ ਕੀ ਸਰਨਾਗਣਾ। ਜੋ ਗੁਰੂ ਦੀ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਉਹਨਾਂ ਦਾ ਸਾਰਾ ਕੁਛ ਹੀ ਚੰਗਾ ਹੋ ਗਿਆ। ਮੇਰੇ ਪ੍ਰੀਤਮ ਜੀ ਆਖਰੀ ਪੰਕਤੀਆਂ ਵਿੱਚ ਕਹਿੰਦੇ ਆਓ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮੰਗੀਏ, ਪਰਮੇਸ਼ਰ ਕੋਲੋਂ ਗੁਰੂ ਕੋਲੋਂ। ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸੰਤ ਜਨਾ ਕੀ ਧੂੜ ਨਿਤ ਬਾਂਛੈ, ਨਾਮ ਸੱਚੇ ਕਾ ਗਹਿਣਾ। ਤੇ ਹੁਣ ਕੀ ਗਹਿਣਾ ਪਾਈਏ ਅਸੀਂ, ਸਾਡੇ ਗਲੇ ਦੇ ਵਿੱਚ ਕਿਹੜਾ ਗਹਿਣਾ ਹੋਵੇ। ਬੀਬੀਆਂ ਹਾਰ ਪਾਉਂਦੀਆਂ, ਸੋਨੇ ਨੂੰ ਬੜਾ ਪਿਆਰ ਕਰਦੀਆਂ, ਪਰ ਮਨੁੱਖ ਦੇ ਗਲੇ ਵਿੱਚ, ਬੀਬੀਆਂ ਦੇ ਗਲੇ ਵਿੱਚ, ਸੰਗਤ ਦੇ ਗਲੇ ਵਿੱਚ ਹਰੀ ਦੇ ਨਾਮ ਦਾ ਗਹਿਣਾ ਹੋਵੇ। ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਨਾਮ ਦਾ ਗਹਿਣਾ ਪਾਈਏ। ਉਠਤ ਬੈਠਤ ਹਰ ਹਰ ਗਾਈਏ। ਪਰਮੇਸ਼ਰ ਦੇ ਪਿਆਰਿਆਂ ਕੋਲੋਂ ਨਾਮ ਦਾ ਗਹਿਣਾ ਲਈਏ, ਨਾਮ ਦਾ ਲਾਲ ਲਈਏ। ਬੜਾ ਕੀਮਤੀ ਹੈ, ਜਿਸ ਦੀ ਕੀਮਤ ਕੋਈ ਨਹੀਂ। ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਫਿਰ ਉੱਠਦੇ ਬਹਿੰਦੇ ਉਹਨੂੰ ਸੰਭਾਲ ਕੇ ਰੱਖੋ। ਉਹ ਖੀਸੇ ਵਿੱਚ ਕੀਮਤੀ ਵਸਤੂ ਹੈ ਤੇ ਰਸਤੇ ਤੁਰਿਆ ਜਾਂਦਿਆਂ 50 ਵਾਰੀ ਸਾਡਾ ਹੱਥ ਜਿਹੜਾ ਉਹ ਖੀਸੇ ਤੇ ਵੱਜਦਾ, ਕਿਤੇ ਡਿੱਗ ਤਾਂ ਨਹੀਂ ਪਈ। ਆ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਹੱਥ ਜੇਬ ਤੇ ਜਾਂਦਾ, ਕਿਤੇ ਮੋਬਾਈਲ ਨਾ ਡਿੱਗ ਪਏ। ਕਹੋ ਸਤਨਾਮ ਸ੍ਰੀ, ਕਿਉਂਕਿ ਜ਼ਿੰਦਗੀ ਦਾ ਅੰਗ ਬਣ ਗਿਆ ਲੱਗਦਾ ਇਹ ਵੀ। ਤੋ ਇਸ ਕਰਕੇ ਪਰਮੇਸ਼ਰ ਦੇ ਕੋਲੋਂ, ਪਰਮੇਸ਼ਰ ਦੇ ਪਿਆਰਿਆਂ ਕੋਲੋਂ ਨਾਮ ਦੀ ਦਾਤ ਮੰਗੀਏ। ਫਿਰ ਸੁਰਤ ਦੇ ਵਿੱਚ ਹਮੇਸ਼ਾ ਇਹ ਗੱਲ ਰੱਖੀਏ ਕਿਤੇ ਭੁੱਲ ਨਾ ਜਾਈਏ। ਉਠਤ ਬੈਠਤ ਹਰ ਹਰ ਗਾਈਐ, ਉੱਠਦਿਆਂ ਬਹਿੰਦਿਆਂ ਫਿਰ ਇਹਨੂੰ ਸਿਮਰੀਏ। ਜੇ ਸਿਮਰਤ ਵਰ ਨਿਹਚਲ ਪਾਈਐ, ਫਿਰ ਸਾਨੂੰ ਉਹ ਦਾਤਾਂ ਮਿਲਣਗੀਆਂ ਜਿਹੜੀਆਂ ਕਦੇ ਖਤਮ ਨਹੀਂ ਹੋਣਗੀਆਂ। ਨਿਹਚਲ ਸਦਾ ਰਹਿਣ ਵਾਲੀਆਂ ਦਾਤਾਂ। ਫਿਰ ਸਾਨੂੰ ਉਹ ਦਾਤ ਮਿਲੂਗੀ ਪਰਮੇਸ਼ਰ ਦੇ ਕੋਲੋਂ, ਗੁਰੂ ਦੇ ਕੋਲੋਂ, ਜਿਹੜੀ ਕਦੇ ਖਤਮ ਹੋਣ ਵਾਲੀ ਨਹੀਂ। ਜੇ ਸਿਮਰਤ ਵਰ ਨਿਹਚਲ ਪਾਈਐ, ਨਾਨਕ ਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ। ਫਿਰ ਭਾਣਾ ਮੰਨਣ ਦਾ ਵੀ ਵਰ ਦੇਊਗਾ। ਭਾਣਾ ਮੰਨਣ ਦੀ ਸ਼ਕਤੀ ਵੀ ਆ ਜਾਊਗੀ। ਦੁੱਖਾਂ ਵਿੱਚ ਵੀ ਸੁਖੀ ਰਹਿਣ ਦਾ ਢੰਗ ਆ ਜਾਊਗਾ। ਫਿਰ ਹੱਸਦੇ ਹੱਸਦੇ, ਰੋਂਦੇ ਰੋਂਦੇ ਹੱਸਣਾ ਵੀ ਆ ਜਾਊਗਾ। ਭਾਵ ਇਹ ਗੁਰੂ ਕਿਰਪਾ ਕਰੇਗਾ ਫਿਰ ਸਾਡੇ ਤੇ ਕਿ ਸਾਨੂੰ ਉਹਦੇ ਭਾਣੇ ਵਿੱਚ, ਉਹਦੇ ਹੁਕਮ ਅੰਦਰ ਚੱਲਣ ਦਾ ਢੰਗ ਆ ਜਾਊਗਾ, ਜਾਚ ਆ ਜਾਊਗੀ। ਨਾਨਕ ਕੋ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ। ਹੁਣ ਤੂੰ ਜੋ ਕਰੇਗਾ ਉਹ ਮੈਨੂੰ ਠੀਕ ਲੱਗੇਗਾ। ਜਿਵੇਂ ਪਿਛਲੇ ਸ਼ਬਦ ਦੀ ਗੱਲ ਸੀ ਉਹੀ ਗੱਲ ਅਗਲੇ ਸ਼ਬਦ 'ਚ ਕਲੀਅਰ ਕਰਤੀ ਆ। ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗਿਆ ਜਿਸ ਮੀਠਾ ਜੀਓ। ਇਹ ਗੱਲ ਬਣਨੀ ਆ ਸਿਮਰਨ ਕਰਕੇ। ਅੱਜ ਦੇ ਸ਼ਬਦ ਦੀ ਆਖਰੀ ਪੰਕਤੀ ਵਿੱਚ ਇਹੀ ਗੱਲ ਕਲੀਅਰ ਕੀਤੀ
कि जदों हरि दा सिमरन करांगे उठत बैठत हर हर गाईਐ जिस सिमरत वर नहीं चल पाईਐ नानक ओपरा होए दयाला तेरा कीता सहना। ਇਹ ਸੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸ਼ਬਦ। ਲਗਭਗ 50 ਸ਼ਬਦ ਆਪ ਜੀ ਨੇ ਸਰਵਣ ਕੀਤੇ ਔਰ ਅੱਗੇ ਚੱਲਦੇ ਆ ਬਾਬੇ ਨਾਨਕ ਜੀ ਦੇ ਸ਼ਬਦ। ਰਾਗ ਮਾਝ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਹਿਵਾ ਸੱਚੇ ਮਨ ਪਤੀ ਆਵਣੀਆਂ। ਹੁਣ ਜਿਨ੍ਹਾਂ ਨੂੰ ਸਿਮਰਨ ਕਰ ਕਰਕੇ ਰੰਗ ਚੜ੍ਹ ਗਿਆ ਉਹਨਾਂ ਦੀ ਅਵਸਥਾ ਕੀ ਬਣੂਗੀ, ਇਹ ਪਹਿਲੀ ਪਾਤਸ਼ਾਹੀ ਦੇ ਸ਼ਬਦਾਂ ਦੇ ਨਾਲ ਸਾਨੂੰ ਸਤਿਗੁਰੂ ਗਿਆਨ ਬਖਸ਼ਣਗੇ। ਵਿਚਾਰਾਂ ਇੱਥੇ ਰੋਕਦੇ ਹਾਂ, ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ, ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।